जी अस्सलाम वालेकुम रहमतुल्लाहि व बरकातुहू। आज फिर हमारे साथ मौजूद हैं मुश्ताक ठेकेदार, जिन पर शब्बीर के अहले खाना ने तरह तरह के इल्ज़ामात लगाए, पैसों के लगाए और बहुत सारे इल्ज़ामात। आज ये हमारे साथ मौजूद हैं, इनसे उन इल्ज़ामात के मुतल्लिक सवाल करते हैं। लेकिन अगर आपने कल की वीडियो नहीं देखी तो उसको ज़रूर देखिए। जब आप उसको देखेंगे तो सारे जहन से जितने भी जो शुकूक व शुबहात हैं वो दूर हो जाएंगे। अच्छा मुश्ताक ठेकेदार साहब, आप पर बहुत सारे जो इल्ज़ामात हैं वो लगाकर ये साबित किया गया है कि आप ही ने शब्बीर को जहर का इंजेक्शन लगवाया और उसको जो है वो कत्ल करवाया। वो शुकूक व शुबहात, पहला शक ये है कि आपके यहाँ शब्बीर की तबीयत खराब हुई सुबह जी। तो आपने घर वालों को लेट बताया, खुद ही इलाज करवाते रहे, खुद ही टीके लगवाते रहे, घर वालों को आपने लेट बताया। इस इल्ज़ाम के अंदर कितनी सदाकत है और कितना झूठ है, आप बताएं। सारे आपने घर वालों को लेट क्यों बताया? आप खुद क्यों टीके लगवाते रहे, खुद क्यों इलाज करवाते रहे? सर घर वाਲਿਆਂ ਨੂੰ ਸਾਰਿਆਂ ਨੂੰ ਪਤਾ ਇਸ ਚੀਜ਼ ਦਾ। ਉਹਦੀ ਵਾਲਦਾ ਨੇ ਮੈਨੂੰ ਕਾਲ ਕੀਤੀ ਕਿ ਸ਼ਬੀਰ ਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੈ, ਉਹਨੂੰ ਬੇਟਾ ਆ ਕੇ ਜਿਹੜਾ ਨਾ ਦਵਾਈ ਡਾਕਟਰ ਕੋਲ ਲਿਆ ਕੇ ਦੇ। ਮੈਂ ਕਿਹਾ ਜੀ ਚਲੋ ਠੀਕ ਹੈ, ਮੈਂ ਆ ਰਿਹਾ। ਮੈਂ ਕਿਹਾ ਵੀ ਤੁਹਾਡੇ ਘਰ ਹੋਰ ਕੋਈ ਮੁੰਡਾ? ਉਹਨੇ ਕਿਹਾ ਜੀ ਸਾਹਿਲ ਜਿਹੜਾ ਉਹ ਫੋਨ ਨਹੀਂ ਸੁਣ ਰਿਹਾ ਤੇ ਸਾਡੇ ਕੋਲ ਮੋਟਰਸਾਈਕਲ ਨਹੀਂ ਹੈ, ਸਵਾਰੀ ਨਹੀਂ ਹੈ, ਤੇ ਤੁਸੀਂ ਆ ਕੇ ਜਿਹੜਾ ਨਾ ਦਵਾਈ ਲਿਆ ਕੇ ਮੇਰੇ ਪੁੱਤਰ ਨੂੰ ਲਿਆ ਕੇ ਦੇ ਜਾ, ਉਹਦੀ ਤਕਲੀਫ ਬਹੁਤ ਜ਼ਿਆਦਾ ਹੈ। ਮੈਂ ਉਹਨੂੰ ਮੈਡੀਕਲ ਸਟੋਰ ਤੇ ਲੈ ਗਿਆ, ਉੱਥੋਂ ਇੰਜੈਕਸ਼ਨ ਲਵਾਇਆ। ਲਵਾ ਕੇ ਹਟ ਕੇ ਵਾਲਦਾ ਹੁੰਦੀ ਮੈਨੂੰ ਇਹ ਗੱਲ ਕਰ ਰਹੀ ਹੈ ਕਿ ਪੁੱਤਰ ਇਹਨੂੰ ਜਲਦੀ ਲੈ ਆਈ ਕਿਉਂਕਿ ਇਹਦੀ ਤਕਲੀਫ ਜ਼ਿਆਦਾ ਇਹਨੂੰ ਹੈਗੀ ਹੈ। ਮੈਂ ਜੇ ਅਸੀਂ ਦਵਾਈ ਲੈ ਕੇ ਹੁਣੇ ਵਾਪਸ ਆ ਜਾਣਾ, ਕਿਉਂਕਿ ਇਸ ਟਾਈਮ ਨਾ ਡਾਕਟਰ ਬੈਠਾ ਹੈ ਤੇ ਨਾ ਮੈਡੀਕਲ ਵਾਲਾ ਬੈਠਾ ਹੈ। ਲੇਕਿਨ ਮੈਂ ਕੋਸ਼ਿਸ਼ ਕਰਨਾ ਵੀ ਤੂੰ ਕਿਸੇ ਕੋਲ ਦਵਾਈ ਲੈ ਕੇ ਨਾ ਤੇ ਮੈਂ ਆ ਜਾਣਾ। ਲੇਕਿਨ ਬਾਈ ਚਾਂਸ ਜਿਹੜਾ ਨਾ ਸਿੱਧਾ ਮੈਡੀਕਲ ਸਟੋਰ ਵਾਲਾ ਜਿਹੜਾ ਸੀ ਉਹ ਉਹਦਾ ਲੜਕਾ ਬੈਠਾ ਸੀ, ਉਹ ਆਪ ਨਹੀਂ ਸੀ, ਲੜਕਾ ਬੈਠਾ, ਉਹਦੇ ਕੋਲ ਦਵਾਈ ਲਈਏ। ਠੀਕ ਹੈ। ਲੈ ਕੇ ਤੇ ਅਸੀਂ ਉੱਥੇ ਬੈਠੇ ਰਹੇ। ਉਹਨੇ ਕਿਹਾ ਜੀ ਇਹਨੂੰ ਅੱਗੇ ਲੈ ਜਾਓ। ਅੱਗੇ ਅਸੀਂ ਲੈ ਕੇ ਆਏ ਹਾਂ, ਉੱਥੋਂ ਉਹਨਾਂ ਭੇਜਿਆ ਜੀ ਨਹੀਂ ਇਹਨੂੰ ਅਟੈਕ ਦਾ ਮਸਲਾ ਹੋ ਗਿਆ, ਇਹਨੂੰ ਦਸਤੀ ਜਨਾਹ ਲੈ ਕੇ ਪਹੁੰਚੋ। ਠੀਕ ਹੈ। ਜਦੋਂ ਇੰਨੀ ਗੱਲ ਕੀਤੀ ਉਦੋਂ ਇਹਦੀ ਵਾਲਦਾ ਨਾਲ ਮੇਰੀ ਗੱਲ ਨਹੀਂ ਹੋਈ, ਇਹਦੀ ਸੱਸ ਨਾਲ ਮੇਰੀ ਗੱਲ ਹੋਈ ਹੈ, ਸ਼ਬੀਰ ਦੀ ਸੱਸ ਨਾਲ। ਉਹਨੂੰ ਮੈਂ ਕਹਿ ਰਿਹਾ ਖਾਲਾ वालदा से क्यों नहीं बात हुई? ਵਾਲਦਾ ਕੋਲ ਮੋਬਾਈਲ ਨਹੀਂ ਸੀ। ठीक है। ਸ਼ਬੀਰ ਦੇ ਮੋਬਾਈਲ ਤੇ ਪਹਿਲੇ ਗੱਲ ਹੋਈ ਸੀ ਜਦ ਸ਼ਬੀਰ ਘਰ ਸੀ। ਜੀ। ਜਦੋਂ ਅਸੀਂ ਘਰੋਂ ਨਿਕਲੇ ਆ ਸ਼ਬੀਰ ਆਪਣਾ ਮੋਬਾਈਲ ਨਾਲ ਲੈ ਆਇਆ। ठीक है। ਇਹਨਾਂ ਦੇ ਘਰ ਮੋਬਾਈਲ ਹੋਰ ਨਹੀਂ ਸੀ। ਇਹਦੀ ਫਿਰ ਸੱਸ ਦਾ ਨੰਬਰ ਮੇਰੇ ਕੋਲ ਮੌਜੂਦ ਸੀ। ਉਹਨੂੰ ਫਿਰ ਮੈਂ ਕਾਲਾਂ ਕਰਦਾ ਰਿਹਾ। ਉਹਨਾਂ ਦਾ ਥੋੜਾ ਜਿਹਾ ਫਾਸਲਾ ਹੈ ਘਰ ਦੇ ਵਿੱਚ, ਉਹਨੂੰ ਮੈਂ ਕਾਲਾਂ ਕਰਦਾ ਰਿਹਾ। ਉਹ ਪੈਦਲ ਟੁਰ ਕੇ ਆਈ, ਥੋੜੀ ਜਿਹੀ ਜਿਸਮ ਦੀ ਭਾਰੀ ਸੀ, ਲੇਕਿਨ ਉਹ ਆਪਣੀ ਟੋਰ ਨਾਲ ਆਈ ਜਿੰਨੀ ਕੁ ਉਹਦੀ ਸਪੀਡ ਆਇਆ ਸੀ। ਉਸ ਦੌਰਾਨ ਆ ਕੇ ਇਹਨਾਂ ਤਕਰੀਬਨ ਅੱਧਾ ਪੌਣਾ ਘੰਟਾ ਜ਼ਾਇਆ ਕਰਤਾ। ठीक है। आप कालते करते रहे हैं कि जल्दी करें? ਜਲਦੀ ਕਰੇ। ਇਹ ਬੱਚਿਆਂ ਨੂੰ ਕੱਪੜੇ ਪਵਾ ਰਹੇ ਨੇ, ਇੱਕ ਨੂੰ ਨਵਾ ਰਹੇ ਨੇ, ਅਸੀਂ ਤਿਆਰੀ ਕਰਕੇ ਆਂਦੇ ਪਏ ਹਾਂ। ਇਸ ਗੱਲ ਤੋਂ ਇਹਦੀ ਵਾਲਦਾ ਨਾਲ ਮੈਂ ਥੋੜਾ ਜਿਹਾ ਗਰਮ ਹੋਇਆ ਕਿ ਤੁਸੀਂ ਕਿਸੇ ਸ਼ਾਦੀ ਤੇ ਜਾ ਰਹੇ ਜੇ, ਮੈਂ ਤੇ ਪਰੇਸ਼ਾਨ ਹੋਇਆ ਬੈਠਾ, ਤੁਸੀਂ ਬੱਚਿਆਂ ਨੂੰ ਕੱਪੜੇ ਛਪੜੇ ਪਵਾਉਂਦੇ ਫਿਰਦੇ ਜੇ, ਮੈਂ ਪਰੇਸ਼ਾਨ ਆ, ਜਲਦੀ ਪਹੁੰਚੋ ਇੱਥੇ। ਲੇਕਿਨ ਉਹ ਜਲਦੀ ਨਹੀਂ ਪਹੁੰਚੇ। ਜਦੋਂ ਮੈਨੂੰ ਡਾਕਟਰ ਬਾਰ-ਬਾਰ ਪ੍ਰੈਸ਼ਰ ਦੇ ਰਿਹਾ ਨਾ ਕਿ ਇਹਨੂੰ ਜਿਤਨੀ ਜਲਦੀ ਹੋ ਸਕਦਾ ਇਹਨੂੰ ਜਨਾਹ ਲੈ ਕੇ ਪਹੁੰਚ, ਉਦੋਂ ਫਿਰ ਮੈਨੂੰ ਇਸ ਚੀਜ਼ ਦਾ ਥੋੜਾ ਜਿਹਾ ਗੁੱਸਾ ਚੜਿਆ। ਮੈਂ ਫਿਰ ਇਹਨਾਂ ਦੇ ਘਰ ਗਿਆ, ਘਰੋਂ ਇਹਨਾਂ ਨੂੰ ਮੈਂ ਚੁੱਕ ਕੇ ਲਿਆਇਆ खुद लेकर? यानी ये घर वालों ने खुद लेट किया, आप फोन करते रहे, बार बार करते रहे, और ये आधे पौने घंटे का जो वक्फा जिसका इल्जाम आप पर लगाया जा रहा है, ये घर वालों ने खुद इसके अंदर ताखीर की, इसके शब्बीर के ससुराल वालों ने। जी तो ये बहुत बड़ा इंकिशाफ है। ये पहला इल्ज़ाम इन पर था कि जी ये खुद ही इलाज करवाते रहे, घर वालों को बर वक्त इन्होंने इत्तला नहीं दी। तो ये इन्होंने बता दिया कि मैंने तो इत्तला दे दी, घर वाले पहुंचे नहीं, यहाँ तक कि मैं मजबूर होकर घर वालों को खुद लेकर आया। अच्छा जी, दूसरा आप पर सवाल है कि जनाह अस्पताल का चूंक से तकरीबन 15-20 मिनट का रास्ता है, तो बाद घर वालों ने कहा 4 घंटे लगा दिए, बाद ने कहा जो ज़्यादा बता रहे हैं वो कि 2 घंटे आपने लगा दिए, और आप करीम पार्क और इधर उधर लेकर घूमते रहे, अस्पताल ले जाने के अंदर आपने ताखीर की। क्या ये वाकई सच है कि आपने ताखीर की? ਇਹ ਝੂਠ ਹੈ ਜੀ। ਮੈਂ ਅੱਧੇ ਘੰਟੇ ਦੇ ਵਿੱਚ ਜਨਾਹ ਲੈ ਕੇ ਪਹੁੰਚਿਆ। ਠੀਕ ਹੈ। ਜਿਹੜਾ ਯੂ ਟਰਨ ਹੈਗਾ ਇਹ ਹਰ ਬੰਦੇ ਨੂੰ ਪਤਾ ਹੈ ਕਿ ਦੂਸਰੇ ਜਿੰਨੀਆਂ ਵੀ ਪੁਲਾਂ ਨੇ ਉਹ ਪੁਲ ਦੇ ਉੱਤੇ ਯੂ ਟਰਨ ਇਸ਼ਾਰਾ ਲੱਗਿਆ ਹੈ। ਜਨਾਹ ਦਾ ਜਿਹੜਾ ਇਸ਼ਾਰਾ ਹੈ ਬੰਦ ਹੈਗਾ, ਉਹਦਾ ਯੂ ਟਰਨ ਉੱਤੋਂ ਦੀ ਆ ਰਿਹਾ, ਘੁੰਮ ਕੇ ਆ ਰਿਹਾ, ਥੋੜਾ ਜਿਹਾ ਅੱਗੋਂ ਜਾ ਕੇ ਆ ਰਿਹਾ। ਉਹ ਮੈਂ ਯੂ ਟਰਨ ਲੈ ਕੇ ਆ ਰਿਹਾ। ਇਹਦੀ ਜਿਹੜੀ ਸ਼ਬੀਰ ਦੀ ਸੱਸ ਹੈ ਉਹ ਮੈਨੂੰ ਇਹ ਗੱਲ ਕਰ ਰਹੀ ਹੈ ਕਿ ਪੁੱਤਰ ਆਪਾਂ ਕਿੱਧਰ ਜਾ ਰਹੇ? ਮੈਂ ਕਿਹਾ ਜੀ ਜਨਾਹ ਜਾ ਰਹੇ ਹਾਂ। ਉਹਨੇ ਕਿਹਾ ਜਨਾਹ ਤੇ ਇਸ ਸਾਈਡ ਤੇ। ਮੈਂ ਕਿਹਾ ਜੀ ਉੱਤੋਂ ਯੂ ਟਰਨ ਲੈ ਕੇ ਆਣਾ, ਹੁਣ ਇੱਥੋਂ ਰਸਤਾ ਤਾਂ ਹੈ ਨਹੀਂ ਵੀ ਜਿਹੜਾ ਮੈਂ ਇੱਥੋਂ ਉੱਤੋਂ ਗੱਡੀ ਲੰਘਾ ਲਾਂ। ਉੱਤੋਂ ਯੂ ਟਰਨ ਲੈ ਕੇ ਮੈਂ ਆ ਰਿਹਾ। ਜਿਹੜੀ ਉਹਦੀ ਸੱਸ ਹੈ ਨਾ ਉਹ ਇਹ ਗੱਲ ਕਰ ਰਹੀ। ਮੈਂ ਉਹਨੂੰ ਪੁੱਛਿਆ ਸੀ ਕਿ ਤੁਸੀਂ ਇਧਰੋਂ ਨਹੀਂ ਕਦੀ ਆਏ? ਉਹਨੇ ਕਿਹਾ ਨਹੀਂ ਅਸੀਂ ਇਧਰੋਂ ਨਹੀਂ ਆਏ, ਅਸੀਂ ਇਧਰੋਂ ਆਉਂਦੇ ਹੁੰਦੇ ਕਰੀਮ ਬਲਾਕ ਵਾਲੀ ਸਾਈਡ ਤੋਂ।
ਮੈਂ ਕਿਹਾ ਤੁਸੀਂ ਉਧਰੋਂ ਆਂਦੇ ਜੇ ਤਾਂ ਤੁਹਾਨੂੰ ਨਹੀਂ ਪਤਾ ਹੈਗਾ, ਅਸੀਂ ਜ਼ਿਆਦਾ ਤੌਰ ਤੇ ਇਹ ਰਸਤਾ ਇਸਤੇਮਾਲ ਕਰਨੇ ਜੋ ਕਿ ਸਾਫ਼ ਹੈ, ਸਾਫ਼ ਰਸਤਾ ਜਿੱਧਰੋਂ ਅਸੀਂ ਜਲਦੀ ਪਹੁੰਚਣਾ ਹੈ। ਅਗਰ ਅਸੀਂ ਕਰੀਮ ਬਲਾਕ ਵਾਲੀ ਸਾਈਡ ਤੋਂ ਆਂਦੇ ਤਾਂ ਫਿਰ ਕਮ ਸੇ ਕਮ ਸਾਨੂੰ ਕੋਈ ਘੰਟਾ ਡੇਢ ਲੱਗਣਾ ਸੀ, ਕਿਉਂਕਿ ਟ੍ਰੈਫਿਕ ਜ਼ਿਆਦਾ ਸੀ। ਉਸ ਗੱਲ ਤੋਂ ਇਹਨਾਂ ਇਸ਼ੂ ਪਕੜ ਲਿਆ ਕਿ ਇਹ ਸਾਨੂੰ ਕਰੀਮ ਬਲਾਕ ਲੈ ਕੇ ਫਿਰ ਰਹੇ। सही सही। हालांकि आप करीम जो है वो ब्लॉक लेकर नहीं गए, ਅਸੀਂ ਉਤਲਾ ਯੂਟਰਨ ਲੈ ਕੇ ਵਾਪਸ ਹਟੇ। और यानी कि आपने 3-4 घंटे नहीं लगाए। और वैसे भी अगर अकली तौर पर देखा जाए तो तकरीबन 11:30 बजे तो जो है वो डेथ सर्टिफिकेट अस्पताल की तरफ 11:55 पे जो है वो जारी हो गया, और ये उधर लेकर पहुंचे हैं 10 बजे। तो ये 4 घंटे कैसे लग गए? इसका मतलब है कि फिर 10 बजे लेकर पहुंचे हैं तो सुबह 6 बजे की तबीयत, हालांकि 6 बजे नहीं 8 बजे 8:15 बजे तबीयत खराब हुई। तो ये भी खैर इल्जाम, मैं तो मुतमईन हूं जी कि ताखीर नहीं हुई। तीसरा जी आप पर सवाल ये है कि आप अस्पताल लेकर चले गए, जी इमरजेंसी वार्ड के अंदर सीधा नहीं लेकर गए, आप इधर उधर घूमते रहे हैं, सीधा इमरजेंसी वार्ड के अंदर क्यों नहीं लेकर गए? क्या ये सच है कि आप नहीं लेकर गए इमरजेंसी वार्ड के अंदर, इधर उधर घूमते रहे? ਐਮਰਜੈਂਸੀ ਵਾਰਡ ਦੇ ਬਿਲਕੁਲ ਗੇਟ ਦੇ ਅੱਗੇ ਗੱਡੀ ਖਿਲਾਰੀਏ, ਅੰਦਰ ਤਾਂ ਗੱਡੀ ਮੈਂ ਲਿਜਾਣੋਂ ਰਹਿ ਗਿਆ। ਗੱਡੀ ਅਸੀਂ ਅੰਦਰ ਖਿਲਾਰੀਏ, ਉਹਦੇ ਨਾਲ ਰੇਹੜੀ ਵਾਲਾ ਬੈਠਾ ਬੰਦਾ ਜਿਹੜਾ ਆਈਡੀ ਕਾਰਡ ਲੈਂਦਾ ਹੈ, ਉਹਨੂੰ ਅਸੀਂ ਪੁੱਛਿਆ, ਉਹਨੇ ਕਿਹਾ ਜੀ ਰੇਹੜੀ ਇੱਥੇ ਫਾਰਗ ਨਹੀਂ। ਪਹਿਲੀ ਸਾਈਡ ਤੇ ਨਾਲ ਦਾ ਜਿਹੜਾ ਗੇਟ ਹੈ ਉਸ ਗੇਟ ਤੇ ਗਿਆ, ਉਧਰੋਂ ਵੀ ਰੇਹੜੀਆਂ ਬਾਹਰ ਨਿਕਲ ਰਹੀਆਂ ਸਨ, ਉੱਥੋਂ ਵੇਖਿਆ, ਉੱਥੋਂ ਵੀ ਸਾਨੂੰ ਰੇਹੜੀ ਨਹੀਂ ਮਿਲੀ। ਫਿਰ ਅੰਦਰੋਂ ਇੱਕ ਮਰੀਜ਼ ਬਾਹਰ ਨਿਕਲਿਆ, ਮਰੀਜ਼ ਬਾਹਰ ਨਿਕਲ ਕੇ ਉਹਨੂੰ ਅਸੀਂ ਰਿਕੁਐਸਟ ਕੀਤੀ ਕਿ ਤੁਹਾਡੀ ਮਿਹਰਬਾਨੀ, ਸਾਡਾ ਮਰੀਜ਼ ਥੋੜਾ ਜਿਹਾ ਸੀਰੀਅਸ ਹੈ ਤੇ ਸਾਨੂੰ ਰੇਹੜੀ ਦੇ ਦਿਓ, ਅਸੀਂ ਮਰੀਜ਼ ਅੰਦਰ ਲੈ ਕੇ ਜਾਣਾ, ਤੁਸੀਂ ਆਦਾ ਮਰੀਜ਼ ਤੇ ਖਿਲਾਰ ਲਓ। ਉਹਨਾਂ ਸਾਡੀ ਰਿਕੁਐਸਟ ਮੰਨ ਲਈ, ਅਸੀਂ ਇਹਨੂੰ ਲੈ ਕੇ ਅੰਦਰ ਚਲੇ ਗਏ। ਗੱਡੀ ਜਿਹੜੀ ਅਸੀਂ ਉਹ ਐਮਰਜੈਂਸੀ ਗੇਟ ਦੇ ਅੱਗੇ ਖਿਲਾਰੀਏ, ਲੇਕਿਨ ਰੇਹੜੀ ਵਾਸਤੇ ਜਿਹੜਾ ਮੈਂ ਦੂਸਰੇ ਗੇਟ ਤੇ ਪਤਾ ਕਰਨ ਗਿਆ, ਜ਼ਰੂਰ ਗਿਆ मैं। जी जी, यानी कि आप जो जिसमें डाल के अंदर लेकर जाना था उसको ढूंढ रहे थे, और इसी में थोड़ा सा टाइम लगा। हालांकि आप सीधा इमरजेंसी वार्ड के पास ही लेकर गए थे, रेडी नहीं मिल रही थी। ये वैसे भी हमारे जो हैं अस्पताल, जो गवर्नमेंट के अस्पताल है उनके अंदर वैसे भी जो है वो कहते हैं ना पंजाबी में गाली नहीं गोलते, खुद ही बंदे को करनी पड़ती है। कोशिश आपने की, लेकिन वो घर वालों को महसूस हुआ कि शायद इधर उधर जो है वो लेकर जा रहे हैं। अच्छा, फिर उसके बाद आप पर एक सवाल ये भी आता है कि जी आपने उधर डॉक्टर के साथ मिलके साजबाज करके डेथ सर्टिफिकेट बनाया, और शब्बीर के भाई के बकौल ये है कि मुझे डॉक्टर के पास जाने नहीं दिया, और मेरा शनाख्ती कार्ड कहा कि ये भाई नहीं है, ये फलां है। तो इसके अंदर क्या हकीकत है? नहीं साहब, ये झूठ है। साहल ਜਿਹੜਾ ਹੈ ਉਹ ਮੇਰੇ ਨਾਲ ਮੌਜੂਦ ਸੀ। ਅਸੀਂ ਜਦੋਂ ਬਾਹਰ ਨਿਕਲੇ ਆ, ਪਿੱਛੋਂ ਡਾਕਟਰ ਨੇ ਬੰਦਾ ਭੇਜਿਆ, ਉਹਨੇ ਕਹਿੰਦਾ ਡੈਥ ਸਰਟੀਫਿਕੇਟ ਬਣਵਾ ਲਓ, ਤੁਹਾਡੇ ਵਾਸਤੇ ਬਿਹਤਰੀ ਹੈ, ਬੱਚਿਆਂ ਦੀ ਸਹੂਲਤ ਵਾਸਤੇ। ਅਸੀਂ ਉੱਥੇ ਦੋਵੇਂ ਇਕੱਠੇ ਹੀ ਗਏ ਆ, ਵਾਲਦਾ ਔਰ ਇਹਦੀ ਬੇਗਮ ਔਰ ਇਹਦੀ ਸੱਸ ਔਰ ਇਹਦਾ ਮਾਮੂ, ਇਹ 4 ਜੀ ਸਾਹਿਲ ਦੇ ਕੋਲ, ਸ਼ਬੀਰ ਦੇ ਕੋਲ ਖੜੇ ਨੇ। ਮੈਂ ਔਰ ਸਾਹਿਲ ਜਿਹੜਾ ਦੋਵੇਂ ਅਸੀਂ ਅੰਦਰ ਗਏ ਆ, ਜਾ ਕੇ ਉਹਨਾਂ ਨੂੰ ਪੁੱਛਿਆ, ਦੱਸਿਆ, ਉਹਨਾਂ ਕਿਹਾ ਜੀ ਆਪਣਾ ਆਈਡੀ ਕਾਰਡ ਦਿਓ ਜਿਹੜਾ ਉਸਦਾ ਭਾਈ ਹੈ। ਮੈਂ ਇਹਨੂੰ ਸਾਹਿਲ ਨੇ ਪੁੱਛਿਆ, ਮੈਂ ਕਿਹਾ ਤੇਰਾ ਆਈਡੀ ਕਾਰਡ ਕਿਤੇ? ਉਹਨੇ ਕਿਹਾ ਜੀ ਮੇਰਾ ਆਈਡੀ ਕਾਰਡ ਅਜੇ ਨਹੀਂ ਬਣਿਆ। ਮੈਂ ਕਿਹਾ ਫਿਰ ਕਾਰਡ ਤਾਂ ਲਾਜ਼ਮੀ। ਮੈਂ ਕਿਹਾ ਵਾਲਦਾ ਦਾ ਪੁੱਛ ਲਿਆ, ਵਾਲਦਾ ਨੇ ਪੁੱਛਿਆ, ਉਹਨੇ ਕਿਹਾ ਮੇਰਾ ਵੀ ਨਹੀਂ ਦਾ। ਉਹਦੀ ਬੇਗਮ ਦਾ ਪੁੱਛਿਆ, ਉਹਦੀ ਬੇਗਮ ਨੇ ਵੀ ਕਿਹਾ ਕਿ ਮੇਰਾ ਨਹੀਂ ਦਾ। ਉਹਦਾ ਮਾਮੂ ਨੂੰ ਪੁੱਛਿਆ, ਉਹਦੇ ਮਾਮੂ ਨੇ ਵੀ ਕਿਹਾ ਜੀ ਮੇਰਾ नहीं था। परेशान हो गया इस गल तो भी आईडी कार्ड के पास, किसी के पास आईडी कार्ड नहीं, और वो अस्पताल वाले मांग रहे हैं, उसमें आपकी कोई गलती नहीं है। अस्पताल वालों ने जी मांग रहे थे, जो खूनी रिश्तेदार हो उस पे नाम, उसके नाम पे जो है वो डेथ सर्टिफिकेट बनता है, वैसे नहीं। अब ये अस्पताल वाले मांग रहे हैं इनसे, और इनके पास आईडी कार्ड है नहीं है। लेकिन मैं उन्होंने ये गल की कि मेरा आईडी कार्ड, उन्होंने कहा नहीं तेरा नहीं। ਜਿਹੜੇ ਉਹਨਾਂ ਦਾ ਖੂਨੀ ਰਿਸ਼ਤਾ ਹੈ ਨਾ, ਉਹਨਾਂ ਫਿਰ ਇਹ ਗੱਲ ਕੀਤੀ ਹੈ, ਜਾਂ ਮਾਂ ਜਾਂ ਵਾਲਦਾ ਜਾਂ ਕਿਨਾ ਵਾਲਦ ਵਾਲਦਾ ਭਾਈ ਔਰ ਬੇਗਮ, ਇਹਨਾਂ ਦਾ ਕਿਸੇ ਦਾ ਵੀ ਕਾਰਡ ਚੱਲ ਜਾਏਗਾ। ਫਿਰ ਅਸੀਂ ਕੀਤੀ ਬਲਾਲ ਨੂੰ ਕਾਲ, ਜੋ ਛੋਟਾ ਭਾਈ ਥਾ, ਜਿਹੜਾ ਛੋਟਾ ਭਾਈ ਜਿਹੜਾ ਕੰਮ ਤੇ ਖੜਾ ਸੀ, ਉਹਨੂੰ ਕਾਲ ਕੀਤੀ। ਉਹਨੇ ਜ਼ਬਾਨੀ ਜਿਹੜਾ ਨਾ ਆਪਣਾ ਨੰਬਰ ਲਿਖਵਾਇਆ ਮੋਬਾਈਲ ਤੇ, ਉਹ ਅਸੀਂ ਥੱਲੇ ਉਹਦੇ ਤੇ ਡੈਥ ਸਰਟੀਫਿਕੇਟ ਤੇ ਨੰਬਰ ਲਿਖਵਾਇਆ, ਲਿਖਵਾ ਕੇ ਉਹਦਾ ਨਾਂ ਲਿਖਿਆ, ਹਟ ਕੇ ਅੰਗੂਠਾ ਜਿਹੜਾ ਉਹ ਸਾਹਿਲ ਦਾ ਲੱਗਿਆ। ठीक है, जेड़ा वड्डा भाई है अंगूठा जेड़ा उनका लग गया। यानी ये अस्पताल वालों की तरफ से था कि किसी का शनाख्ती कार्ड, इसमें आपकी तो कोई गलती नहीं है। अच्छा जी, इसकी डेथ हो गई जी, फिर घर वालों ने कहा जी कि इन्होंने जब डेथ हो गई तो ये बार बार घर वालों को कह रहे थे कि जल्दी करो जल्दी करो जल्दी करो, जैसे कि इन्होंने कुछ किया है और उसको छुपाने के लिए कह रहे हैं कि जल्दी दफनाओ, जल्दी जनाजा पढ़ाओ, खुद ही ऐलानात करवाते रहे, सब कुछ करवाते रहे। क्या इस वाक़े के अंदर हकीकत है कि आपने बहुत जल्दी मचाई?
ਨਹੀਂ, ਇਹ ਬਿਲਕੁਲ ਝੂਠ ਇਸ ਗੱਲ ਦਾ। ਨਾ ਹੀ ਇਸ ਗੱਲ ਦੇ ਵਿੱਚ ਮੈਂ ਮੁਲੱਵਸ ਹਾਂ, ਨਾ ਹੀ ਮੈਨੂੰ ਇਸ ਚੀਜ਼ ਦਾ ਪਤਾ ਹੈ। ਸਾਹਿਲ ਜੋ ਵੀ ਕੀਤਾ ਹੈ ਸਾਹਿਲ ਨੇ ਕੀਤਾ ਹੈ। ਮੈਂ ਤੇ ਜਦੋਂ ਇਹਨਾਂ ਦੇ ਘਰ ਬੋਡੀ ਲੈ ਕੇ ਆ ਗਏ ਉਸ ਤੋਂ ਬਾਅਦ ਮੈਂ ਆਪਣੇ अच्छा, ਘਰ जनाजे का क्या टाइम था? ਜਨਾਜ਼ੇ ਦਾ ਟਾਈਮ ਸਾਹਿਲ ਨੇ ਜਿਹੜਾ 6:30 ਵਜੇ ਦਾ ਰੱਖਿਆ और और किस- दफनाया 8 वजे जाके। 8 बजे है। अब जारी बात है जी, जनाजे पे जितने भी लोग आए हुए होते हैं वो कहते हैं टाइम जो रखा है उसी की पाबंदी करें। हाँ जी। तो शायद किसी ने कह दिया हो और उनके जहन में आ गया हो जी। कि जी हमें जल्दी मचाने के लिए कह रहे हैं। ਇਹਨਾਂ ਦੇ ਜਿਹੜੇ ਰਿਸ਼ਤੇਦਾਰ ਸਨ ਉਹਨਾਂ ਨੇ ਖੁਦ ਹੀ ਇਹ ਗੱਲ ਕੀਤੀ ਕਿ 6:30 ਵਜੇ ਦਾ ਟਾਈਮ ਹੈ, ਨਮਾਜ਼ ਤੋਂ ਪਹਿਲੇ ਜਿਹੜਾ ਨਾ ਜਨਾਜ਼ਾ ਜਿਹੜਾ ਨਾ ਮਰਦ ਦਾ ਉਹ ਜਾਇਜ਼ ਹੈ, ਔਰਤ ਦਾ ਜਿਹੜਾ ਸ਼ਾਮ ਤੋਂ ਬਾਅਦ ਦਾ ਟਾਈਮ ਹੈ। ठीक है। ਲੇਕਿਨ ਉਹਨਾਂ ਦੇ ਖੁਦ ਰਿਸ਼ਤੇਦਾਰ ਵਿੱਚੋਂ ਇਹਨਾਂ ਦੇ ਕੋਈ 2-3 ਜੀ ਰਹਿ ਗਏ ਸਨ, ਉਹ ਪਹੁੰਚੇ ਨੇ ਜਨਾਜ਼ੇ ਦੇ ਟਾਈਮ यानी खुद ही लेट किया और आप पर इल्जाम दे रहे। लगा दिया कि इन्होंने जल्दी दफनाया, हालांकि लेट हाँ दफनाया। जी। अच्छा, एक और सवाल है छोटा सा जी। कि साहिल जो उसका भैया, उससे बात हुई, उसने कहा जी मैंने ठेकेदार से पैसे मांगे जी और मुझे उन्होंने कहा झंडे चौक आ जाएं। जी मैं वहां गया पैसे लेने के लिए और ये शराफत और ठेकेदार दोनों इकट्ठे थे वहां। ये इकट्ठे क्या कर रहे थे? इन्होंने मिलकर कुछ किया इसलिए तो इकट्ठे थे। फिर ये इकट्ठे गपशप लगाते रहे, सारा कुछ हमें बोतलें भी पिलाई, सब कुछ किया। तो ये वहां इकट्ठे थे। तो इनका इकट्ठे होना ये मेरे लिए जहन के अंदर सवाल डाल रहा था कि इन्होंने कुछ किया है इकट्ठे मिलके, इसीलिए यहाँ पैसे देने के लिए भी इकट्ठे हैं। इसके मतलब क्या कहेंगे? क्यों जो है डॉक्टर आपके साथ क्यों था? डॉक्टर के साथ मेरा तकरीबन 1 साल हो गया सलाम दो चलती ਨੂੰ। बहुत अच्छा तलक बन गया, थोड़ा ठीक नहीं है। अच्छा तलक बन गया कि बाई चांस तकरीबन ਜਿਹੜਾ ਨਾ ਕੋਈ 3-4 ਮਹੀਨੇ ਗੁਜ਼ਰੇ ਨਾ ਤੇ ਮੇਰਾ ਹੁੰਦਾ ਕੋਈ ਥੋੜਾ ਬਹੁਤਾ ਲੈਣ ਦੇਣ ਚੱਲ ਗਿਆ। ठीक है। ਬਾਈ ਚਾਂਸ ਇਹ ਹੁੰਦਾ ਹੈ ਕਿ ਮੈਂ ਜਦੋਂ ਸਾਈਡ ਤੇ ਕੰਮ ਕਰਾਂ, ਮਾਲਕ ਜਾਂ ਠੇਕੇਦਾਰ ਪੇਮੈਂਟ ਨਹੀਂ ਨਾ ਦਿੰਦਾ ਤੇ ਮੈਂ ਉਹਦੇ ਕੋਲ ਜਿਹੜਾ 2-4,000 5,000 ਰੁਪਇਆ ਲੈ ਕੇ ਤੇ ਲੇਬਰ ਨੂੰ ਖਰਚਾ ਦੇ ਦੇ। ठीक है। ਅੱਜ ਉਹਦੇ ਕੋਲ ਪਕੜੇ ਨੇ, ਸਵੇਰ ਨੂੰ ਮੈਂ ਵਾਪਸ ਦੇ ਦੇਣਾ। ठीक है। ਜਿਵੇਂ ਸਵੇਰ ਮਿਲਨੇ जैसे जो वादा करते हैं उसके मुताबिक ਮੁਤਾਬਕ ਉਹਨੂੰ ਮੈਂ ਦੇ ਦੇਣਾ। ਮੇਰੇ ਕੋਲ ਮੋਟਰਸਾਈਕਲ ਸਾਹਿਲ ਹੋਰਾਂ ਲੈ ਲਈਏ ਕਿ ਅਸੀਂ ਸਵੇਰ ਜਾ ਕੇ ਖਤਮ ਦਾ ਸਮਾਨ ਲਿਆਣਾ, ਸਾਡੇ ਕੋਲ ਸਵਾਰੀ ਨਹੀਂ ਦੀ, ਤੁਸੀਂ ਉਸਤਾਦ ਜੀ ਆਦੇ ਵਾਲੇ ਮੋਟਰਸਾਈਕਲ ਸਾਨੂੰ ਦੇ ਦਿਓ 1-2 ਦਿਨ ਵਾਸਤੇ। ਮੈਂ ਉਹਨਾਂ ਨੂੰ ਮੋਟਰਸਾਈਕਲ ਆਪਣੇ ਵਾਲੀ ਦੇ ਦਿੱਤੀ ਹੈ। ਮੈਂ ਸ਼ਰਾਫਤ ਦੇ ਕੋਲ ਮੇਰੀ ਤਬੀਅਤ आपके पास सवारी नहीं थी, वो आपकी बाइक ਉਹਨਾਂ ਦੇ ਕੋਲ ਸਾਹਿਲ ਉਹਨਾਂ ਦੇ ਕੋਲ ਸੀ, जो शब्बीर के भाई थे उनके पास थी। ਉਹਨਾਂ ਦੇ ਕੋਲ ਸੀ। ਮੈਂ ਉੱਥੇ ਆਪਣੀ ਦਵਾਈ ਲੈਣ ਗਿਆ। ਜਦੋਂ ਮੈਂ ਇਹਨਾਂ ਮੈਨੂੰ ਫੋਨ ਕੀਤਾ, ਮੈਂ ਕਿਹਾ ਮੈਂ ਤੁਸੀਂ ਝੰਡੇ ਚੌਂਕ ਆ ਜਾਓ ਤਾਂ ਮੈਂ ਵੀ ਉੱਥੇ ਆ ਜਾਣਾ। ਉਧਰ ਸ਼ਰਾਫਤ ਘਰ ਆ ਰਿਹਾ, ਉਹਨਾਂ ਦੇ ਘਰ ਕੋਈ ਮਹਿਮਾਨ ਵਗੈਰਾ ਆਏ ਨੇ, ਉਹ ਘਰ ਆ ਰਿਹਾ ਤੇ ਮੈਨੂੰ ਕਹਿ ਰਿਹਾ ਕਿ ਮੁਸ਼ਤਾਕ ਆ ਤੈਨੂੰ ਮੈਂ ਜਿਹੜਾ ਨਾ ਉੱਥੇ ਚੌਂਕ ਝੰਡੇ ਲਾ ਦੇਣਾ। ਮੈਂ ਚਲੋ ਠੀਕ ਹੈ। ਅਸੀਂ ਦੋਵੇਂ ਇਕੱਠੇ ਆਏ ਆ, ਅੱਗੋਂ ਬਲਾਲ ਤੇ ਦੂਸਰਾ ਸਾਹਿਲ, ਦੋਵੇਂ ਭਰਾ ਉੱਥੇ ਚੌਂਕ ਝੰਡੇ ਖੜੇ ਨੇ। वो आपकी गाड़ी पे आए हैं, आपकी बाइक पे आए हैं? ਮੇਰੀ ਬਾਈਕ 'ਤੇ ਆਏ ਆ। ਇਹ ਦੋਵੇਂ ਉੱਥੇ ਖੜੇ ਨੇ ਤੇ ਹਟ ਕੇ ਮੈਂ ਤੇ ਡਾਕਟਰ ਸ਼ਰਾਫਤ ਅਸੀਂ ਦੋਵੇਂ ਰਲ ਕੇ ਆਏ ਆ। ਅਸੀਂ ਉੱਥੇ ਪਾਣੀ ਛਾਣੀ ਪੀਤਾ, ਪਾਣੀ ਛਾਣੀ ਪੀ ਕੇ ਇਹਨਾਂ ਨੂੰ ਮੈਂ ਪੈਸੇ ਦਿੱਤੇ ਨੇ, 7,000 ਰੁਪਇਆ ਦਿੱਤਾ ਚੌਂਕ ਝੰਡੇ ਖਲੋ ਕੇ। ਪੈਸੇ ਦੇ ਕੇ ਡਾਕਟਰ ਸ਼ਰਾਫਤ ਵੀ ਆਪਣੇ ਘਰ ਚਲਾ ਗਿਆ, ਇਹ ਵੀ ਆਪਣੇ ਘਰ ਚਲੇ ਗਏ, ਮੈਂ भी अपने घर चला गया। ठीक है, यानी कि आपका कहने का मकसद ये है कि मेरे पास सवारी नहीं थी। हाँ जी। सवारी इन्होंने जो हम मेहरबान थे जिन्होंने आप पर इल्जामात लगाए हैं, इनके पास थी, आप मजबूर होकर उसके साथ जो है वो आए हाँ जी। और वो भी उसके साथ अचानक मुलाकात हो गई। जी। अच्छा ठीक है, ये सारे इल्जामात गलत हैं जी। जितने भी उन्होंने लगाए, हम मान लेते हैं। अक्सर दोष ये है और घर वाले भी कह रहे हैं कि फिर जब आप सच्चे थे जी तो कब्र कुशाई घर वालों के साथ मिलकर करवाते कि हम भी आपके साथ हैं, जल्दी कब्र कुशाई करवाएं। घर वालों ने कहा, दीगर लोगों ने कहा कि आपने कब्र कुशाई के अंदर बड़ी ताखीर डाली और कब्र कुशाई ना होने दी। इसमें क्या हकीकत है कि वाकई आपने कब्र कुशाई के अंदर ताखीर की और ताखीरी हरबे इस्तेमाल किए, उसके लिए पैसा भी खर्च किया, जो भी हुआ कब्र कुशाई के अंदर ताखीर आपने करवाई, क्या ये सच है? ਸਾਰੇ ਬਿਲਕੁਲ ਝੂਠ ਹੈ ਕਿ ਜਦੋਂ ਕਬਰ ਖੁਸ਼ਾਈ ਦਾ ਮਾਮਲਾ ਦੇ ਨਾਲ ਕੀਤਾ ਹੈ ਨਾ, ਜਦੋਂ ਜੱਜ ਕੋਲ ਗਏ ਨੇ, ਮੈਨੂੰ ਕਾਲ ਆਈ ਹੈ, ਮੈਂ ਤੇ ਸ਼ਰਾਫਤ ਦੋਵੇਂ ਉੱਥੇ ਚਲੇ ਗਏ ਆ, ਜਾ ਕੇ ਉਹਨੂੰ ਟੱਕਰੇ ਆ ਜੱਜ ਨਾਲ। ਜੱਜ ਨੇ ਸਾਨੂੰ ਪੁੱਛਿਆ ਕਿ ਤੁਸੀਂ ਤੁਹਾਡੇ ਵਿੱਚ ਕੋਈ ਮੁਲਵਸ ਕੋਈ ਗੱਲਬਾਤ ਤੁਸੀਂ ਕਬਰ ਖੁਸ਼ਾਈ ਹੋਣ ਕਿ ਨਾ ਹੋਣ ਦਿੰਦੇ ਪਏ ਜੇ ਜਾਂ ਕੀ ਮੈਂ ਕਿਹਾ ਸਰ ਸਾਡੇ ਤੇ ਇਸ ਟਾਈਮ ਇਲਜ਼ਾਮ ਲੱਗ ਰਿਹਾ, ਅਸੀਂ ਕੋਸ਼ਿਸ਼ ਇਹ ਕਰਨੇ ਆ ਕਿ ਸਾਡੇ ਤੋਂ ਜਲਦੀ ਜਿਹੜਾ ਨਾ ਇਹ ਕਾਰਵਾਈ ਕੀਤੀ ਜਾਏ, ਸਾਡੇ ਤੇ ਜਿਹੜਾ ਇਲਜ਼ਾਮ ਆ ਰਿਹਾ ਨਾ ਉਹ ਸਾਡੇ ਤੋਂ ਖਤਮ ਹੋ ਜਾਵੇ। ਸਾਡੇ ਕਾਰੋਬਾਰ ਤੇ ਬਹੁਤ ਜ਼ਿਆਦਾ ਮਸਲਾ ਬਣ ਰਿਹਾ, ਸਾਡੇ ਬਦਨਾਮੀ ਮਿਲ ਰਹੀ ਹੈ ਕਿ ਹਰ ਠੇਕੇਦਾਰ ਤੇ ਆ ਮਸਲਾ ਬਣੇਗਾ। ਉਹਦੇ ਨਾਲ ਬਿਹਤਰ ਇਹ ਹੈ ਕਿ ਜਿੰਨੀ ਜਲਦੀ ਹੋ ਸਕਦਾ ਨਾ ਕਬਰ ਖੁਦਾਈ ਕੀਤੀ ਜਾਏ। ਅਸੀਂ ਸੈਨ ਗੋਟੇ ਆਪਣੇ ਕਰਕੇ ਤੇ ਅਸੀਂ ਵਾਪਸ ਆ ਗਏ। ਉਸ ਤੋਂ ਬਾਅਦ ਸਾਹਿਲ ਨੂੰ ਪਤਾ ਹੈ ਕਿਉਂਕਿ ਉਹ ਹੀ ਜਾ ਰਹੇ ਨੇ, ਉਹ ਹੀ ਮਾਮਲਾਤ ਕਰ ਰਹੇ ਨੇ। ਸਾਨੂੰ ਜਿਸ ਟਾਈਮ ਬੁਲਾਉਂਦੇ ਨੇ ਅਸੀਂ ਫੌਰਨ ਉੱਥੇ ਪਹੁੰਚ ਰਹੇ ਹਾਂ
ਕਿ ਕੱਲ ਨੂੰ ਸਾਡੇ ਤੇ ਕੋਈ ਬੰਦਾ ਉਂਗਲ ਨਾ ਕੜੀ ਕਰੇ کہ یار انہاں دی وجہ تو مسئلہ بنے کیوں نہیں پہنچتے. یعنی قانونی تقاضے جو عدالت نے پورے کرنے تھے اس وجہ سے تاخیر ہوئی. آپ نے کی طرف سے جب بھی بلایا گیا آپ گئے اور آپ نے کوئی رکاوٹ نہیں ڈالی. جی بالکل. تو جی کم از کم میرا ذہن تو ان کے متعلق صاف ہے. جو گھر والوں نے شکوک و شبہات کا اظہار کیا, انسان متاثر ہو جاتا ہے نا, کوئی بھی کوئی شک کے اندر ڈالے انسان ہے متاثر ہو جاتا ہے. تو میں جی مطمئن ہوں آپ سے, اللہ تعالیٰ آپ کو اس الزام سے بری کرے. کہتے ہیں کہ جس آدمی پر الزام لگتا ہے نا, خاص طور پہ قتل کا الزام لگتا ہے ٹھیکیدار صاحب, وہ جو قتل ہو گیا ہوتا ہے نا وہ تو ایک دفعہ مرتا ہے. جی بالکل. جس پر الزام لگتا ہے نا وہ بیچارہ ہر گھڑی مرتا ہے جیتا ہے, مرتا ہے جیتا ہے, اسی کشمکش کے اندر رہتا ہے کہ بے شک وہ جھوٹ ہی ہوتا ہے. جی بالکل. لیکن وہ اس کی جو ہوتا ہے نا سکون دل کا وہ ختم ہو جاتا ہے. تو ہم اس غم کی گھڑی کے اندر جو بھی مظلوم ہیں, چاہے آپ ہیں چاہے گھر والے ہیں, ہم آپ کے ساتھ ہیں. ہمیں بھرپور یقین ہے ان بیانات کے بعد کہ یقیناً آپ نے کچھ نہیں کیا, صرف ایک نیکی کی ہے جو آپ کے کام آ رہی ہے, گل پڑ گئی ہے, جو پنجابی کام آ رہی ہے, کام آ رہی ہے. لیکن یہ دیکھیں مشکلات مردوں پہ آتی ہیں, جوانوں پہ آتی ہیں, بڑے لوگوں پر آتی ہیں, مضبوط لوگوں پر آتی ہیں. مشکلات کے اندر گھبرانا نہیں چاہیے. ہم پہلے جو ہے وہ گھر والوں کے متعلق ان کا جو موقف تھا وہ سامنے رکھا, اب آپ کا موقف سامنے رکھا. اب پوسٹ مارٹم رپورٹ آئے گی, انشاءاللہ سب کچھ واضح ہو جائے گا. تو اب پوسٹ مارٹم کے اندر تو کوئی گڑبڑیشن تو نہیں, آپ کا کیا خیال ہے؟ ایسا ہو ہی نہیں سکتا. ساحل کے بھی الفاظ تھے, شبیر کے بھائی کے کہ ایسا ہو نہیں سکتا, اور آپ بھی کہہ رہے ہیں. تو اللہ تعالیٰ خیر کرے. آپ ہمارے لیے کوئی بات کہنا چاہے, لوگوں کے لیے آخر کے اندر کوئی اپنی طرف سے کوئی پیغام دینا چاہیں. سر میں یہ پیغام دینا چاہنا کہ مدعی نے, ساحل دے والدہ ہیں, بھائی نے, ماموں نے, جو بھی ہے, جتنی بھی عوام ہے دی, میں یہ گل کرنا بار بار کہ سچ دی بنیاد تے چلو, جھوٹ دے مگر چلن دی ضرورت نہیں, کیونکہ سچ دے مگر رب دا ساتھ ضرور ہوندا ہے. ایک جھوٹ دے پیچھے 100 جھوٹ بولنا پیندا ہے, لیکن اون دے نال بہتر ہے کہ ایک گل سچ دی کر لو, اون دے نال رب تہاڈا بیڑا پار لنگائے گا. چلیں اللہ تعالیٰ آپ کو جی خوش رکھے. جی ہم نے شبیر کے گھر والوں کا بھی موقف, ان کے الزامات آپ کے سامنے رکھے اور پھر ان سے ان کے جوابات طلب کیے. انہوں نے ان کا بھرپور دفاع کیا. اللہ تعالیٰ جی آپ کو اس کیس سے باعزت بری کرے, اور گھر والوں کو بھی اللہ تعالیٰ انصاف دے. اگر ان کے ساتھ کہیں کوئی ظلم زیادتی ہوئی ہے, ہماری دعائیں آپ کے ساتھ بھی ہیں, گھر والوں کے ساتھ بھی ہیں. ہم نیوٹرل ہیں جی, ہم انصاف کے ساتھ ہیں, حق کے ساتھ ہیں, سچ کے ساتھ ہیں, جھوٹ کے خلاف ہیں. ہمارا کام ہے موقف پیش کر دینا, باقی سچ اور حق اللہ تعالیٰ کی ذات بہتر جانتی ہے. فی الحال ہماری نظروں کے اندر, میرے جاننے والوں کی نظروں کے اندر آپ بری الذمہ ہیں. آپ سے جو سوالات کیے آپ نے بھرپور ان کے جوابات دیے. آپ کمنٹ کے اندر ضرور بتائیے گا جی ان کے سوالات کے جوابات کیسے ہیں, کیا ہے معاملات. اور اگر ان کا گزشتہ روز کا انٹرویو نہیں دیکھا تو اس کو ضرور دیکھیے, جس کے اندر انہوں نے مکمل کہانی بتائی ہے. جب آپ اس کو دیکھیں گے تو یہ سوالات سارے بیکار ہوں گے, فضول ہوں گے, ان کے جوابات دینے کی کوئی ضرورت ہی نہیں پڑے گی. کیونکہ اس انٹرویو کے اندر جو انہوں نے مکمل کہانی بتائی, اس کے اندر مکمل اگر سنے تو کوئی سوال باقی رہتا ہی نہیں ہے. مجھے, میری ٹیم کو اور سب کو, پاکستان کو اپنی ڈھیر ساری دعاؤں میں یاد رکھیے گا. اللہ نگہبان. السلام علیکم ورحمۃ اللہ.